आज यूनाइटेड तो इंडस्ट्री नहीं रही, यूनाइटेड साइकिल पार्ट, फिर यूनाइटेड नाम क्यों? ਤੁਹਾਡਾ ਪਹਿਲਾ ਹੀ ਕੁਐਸਚਨ ਬੰਮ ਮਾਰਿਆ ਤੁਸੀਂ ਸੰਦੀਪ ਜੀ। ऑपोजिशन कह रहा है कि चावला साहब की तो किसी नाल नहीं बनी, जिन्नी बारी आए हैं किसी ना किसी नाल लड़ पे। की गारंटी है इस बार भी यूनाइटेड फ्रंट का नाम लग रहा है, जितने तो बाद किते फिर अनयूनाइटेड ना हो जाए। ਸੱਚਾਈ ਦੇ ਰਾਹ ਦੇ ਉੱਪਰ ਔਕੜ ਆਉਣੀ ਹੈ। ਜਦ ਤੱਕ ਮੈਂ ਗਲਤ ਸੋਚ ਨੂੰ ਹਾਮੀ ਭਰਾਂਗਾ ਤੇ ਸ਼ਾਇਦ ਮੈਂ ਠੀਕ ਕਹਾਵਾਂਗਾ। ਮੈਂ ਗਲਤ ਨੂੰ ਗਲਤ ਕਹਿਣਾ ਹੀ ਹੈ, ਇਸ ਕਰਕੇ ਹੀ ਮੈਨੂੰ ਇਹਨਾਂ ਲੋਕਾਂ ਨੂੰ ਦਿੱਕਤ ਆਈ ਹੈ। पंजवीं वार भी चावला साहब ही क्यों? पहला 4 वार च की अपने को विजन नहीं सी, आपां क्यों 4 वार चो काम नहीं कर पाए कि आपां नूं 5वीं वार भी खड़ना पै रहा है? तुसीं मीटिंगां कर रहे हो, लोकी क्वेश्चन ये कर रहे हैं कि चाहे तुहाडा ग्रुप है चाहे दूसरा ग्रुप है, AGM लिए कोविड सीगा, अज कोविड नहीं हैगा, क्यों इदां दीयां मीटिंगां हो रही हैं? उस दिन की सारी जिहड़ी शरारत सीगी, चाहे माड़ा होया काला दिन सी, वो कहंदे सोची समझी सी, घट तुसीं भी नहीं सी, घट दूजे भी नहीं सीगे। ਦੇਖੋ ਮੇਰੇ ਘੱਟ ਕੀ ਦੇਖਿਆ, ਮੈਂ ਤੇ ਸਟੇਜ ਤੇ ਪ੍ਰਧਾਨ ਜੋ ਬੇਨੀਮੀਆਂ ਦੀ ਬੈਲੈਂਸ ਸ਼ੀਟ ਦੇ ਮਾਈਕ ਮੰਗ ਕੇ ਬੋਲਣਾ ਚਾਹੁੰਦਾ ਸੀ, ਮੌਜੂਦਾ ਪ੍ਰਧਾਨ ਨੂੰ ਮਾਈਕ ਤੇ ਨਹੀਂ ਬੋਲਣ ਦਿੱਤਾ ਗਿਆ। ਸਰਕਾਰ ਸਸਤੇ ਭਾਅ ਤੇ ਸਾਨੂੰ ਇੰਡਸਟਰੀਅਲ ਪਲਾਟ ਨਹੀਂ ਦਿੰਦੀ, ਜਾਂ ਅਸੀਂ ਇੰਡਸਟਰੀਅਲ ਪਲਾਟ ਆਪਣੇ ਲੈਵਲ ਤੇ ਪੈਸੇ ਇਕੱਠੇ ਕਰਕੇ ਕੱਟ ਕੇ ਨਹੀਂ ਦਿੰਦੇ। ਛੋਟੀ ਇੰਡਸਟਰੀ ਜਿੱਥੇ ਬੈਠੀ ਹੈ ਉੱਥੇ ਹੀ ਰਹੇਗੀ, ਹਿੱਲਣ ਨਹੀਂ ਦਿਆਂਗੇ। ਜਿਹੜੇ ਵੀ ਪ੍ਰਧਾਨ ਬੰਦੇ ਆ ਪਿਛਲੇ ਕੁਝ ਟਾਈਮ ਤੋਂ, ਉਹ ਸਾਰੇ ਦੇ ਸਾਰੇ ਪ੍ਰਧਾਨਾਂ ਨੇ ਟੈਕਨੋਲੋਜੀ ਤਾਂ ਨਹੀਂ ਲੈ ਕੇ ਆਂਦੀ ਬਾਹਰੋਂ, ਪਾਰਟਸ ਇੰਪੋਰਟ ਕਰ ਲਿੱਤੇ ਔਰ ਵੱਡੇ ਘਰਾਣਿਆਂ ਨੇ ਉਹਦਾ ਫਾਇਦਾ ਚੱਕਿਆ। ਤੁਸੀਂ ਇਹ ਦੱਸਣਾ ਕਿ ਮੈਂ ਇੱਕ ਹੱਦ ਚੁੱਕ ਕੇ ਤੁਹਾਨੂੰ ਵਿਸ਼ਵਾਸ ਦਿਲਾਨਾ ਵਾਂ। ਇਹ ਦੱਸਣਾ ਕਿ ਮੈਂ ਜਦੋਂ ਤੋਂ ਜਾਣਾ ਚਾਈਨਾ ਸ਼ੁਰੂ ਕੀਤਾ, ਹਰ ਸਾਲ ਜਾਣਾ, ਇੱਕ ਸਿੰਗਲ ਪੈਸੇ ਦੀ ਮੈਂ ਇੰਪੋਰਟ ਨਹੀਂ ਕੀਤੀ। ਚਰਨਜੀਤ ਸਿੰਘ ਵਿਸ਼ਕਰਮਾ ਜਦੋਂ ਗਏ ਨੇ, ਗਏ ਤੇ ਸੀਗੇ ਚਾਈਨਾ ਦੀ ਇੰਡਸਟਰੀ ਦੇ ਟੂਰ ਲੈ ਕੇ। ਪਹਿਲੀ ਇੰਪੋਰਟ ਹੈਂਡ ਪੰਪ ਦੀ ਚਰਨਜੀਤ ਸਿੰਘ ਵਿਸ਼ਕਰਮਾ ਨੇ ਕੀਤੀ ਹੈ। ਕਿਉਂ ਨਹੀਂ ਬਤੌਰ ਪ੍ਰਧਾਨ ਹੁੰਦੇ ਹੋਏ ਉਹ ਸਾਰੇ ਸੈਂਪਲ ਲਿਆ ਕੇ ਮੈਂਬਰਾਂ ਅੱਗੇ ਰੱਖ ਕੇ ਮੈਂਬਰਾਂ ਕੋਲ ਕੰਮ ਕਰਾਇਆ। ਮੇਰੇ ਇੱਕ ਟੂਰ 'ਚ ਦਿਖਾਓ, ਸਵੇਰੇ 7 ਵਜੇ ਮੈਂਬਰਾਂ ਨੂੰ ਬੂਟ ਪਵਾ ਕੇ ਬੱਸ 'ਚ ਬਿਠਾਈਦਾ, ਫੈਕਟਰੀਆਂ ਘੁਮਾਈ ਦੀਆਂ, ਸ਼ਾਮ ਨੂੰ ਵਾਪਸ ਲੈ ਕੇ ਆਈਦਾ, ਫੇਰ 'ਚ ਲੈ ਕੇ ਜਾਈਦਾ, ਫੇਰ ਤੋਂ ਸਿੱਧਾ ਲਿਆ ਕੇ ਏਅਰਪੋਰਟ ਲੈ ਕੇ ਆਈਦਾ। ਅਸੀਂ ਘੁੰਮਣ ਨਹੀਂ ਜਾਂਦੇ, ਸਿੱਖਣ ਜਾਂਦੇ ਹਾਂ। जन हितैषी जन जन की बात। जन हितैषी देख रहे दर्शकों का स्वागत है जन जन की बात जन हितैषी के साथ। दोस्तों मैं संदीप शर्मा एक बार फिर तुहाडे नाल रूबरू हो रहा है। तो अज का जिहड़ा साडा टॉपिक है, मुद्दा है, वो लुधियाना की इंडस्ट्री। जी हाँ, लुधियाना की साइकिल पार्ट इंडस्ट्री, साइकिल एंड साइकिल पार्ट इंडस्ट्री की सब तो वड्डी एसोसीएशन UCPM है, जिहदे की इलैक्शन है और इलैक्शनां दे करके चुनावी बिगल वज चुका है। नामांकन पत्र भरे जा चुके हैं, 3 तरीक को वोटिंग है। उस तो पहला असीं पहुँचे हैं अज यूनाइटेड फ्रंट के प्रधान प्रत्याशी जिहड़े हैगे साडे DS चावला जी कोल। गलबात करते हैं, इन्हों पुछते हैं कि यूनाइटेड फ्रंट इन्हों ने नाम रखे है ग्रुप का, पर लोकां मैंबरां दा विच सुनिया ये है कि अज यूनाइटेड तो इंडस्ट्री नहीं रही, यूनाइटेड साइकिल पार्ट, फिर यूनाइटेड नाम क्यों? ਜਨ ਹਿਤੈਸ਼ੀ ਦੇ ਸਾਰੇ ਦਰਸ਼ਕਾਂ ਦਾ ਮੈਂ ਸਵਾਗਤ ਕਰਦਾ, ਨਮਸਕਾਰ ਕਰਦਾ, ਸਤਿ ਸ਼੍ਰੀ ਅਕਾਲ, ਪਿਆਰ ਭਰੀ ਸਤਿ ਸ਼੍ਰੀ ਅਕਾਲ। ਤੁਹਾਡਾ ਪਹਿਲਾ ਹੀ ਕੁਐਸਚਨ ਬੰਮ ਮਾਰਿਆ ਤੁਸੀਂ ਸੰਦੀਪ ਜੀ। ਇਹ ਯੂਨਾਈਟਿਡ ਦਾ ਮੈਂ ਪਿਛੋਕੜ ਦੱਸਣਾ ਕਿ ਜਦੋਂ ਮੇਰੀ ਯੂਨਾਈਟਿਡ ਸਾਈਕਲ ਐਂਡ ਪਾਰਟ ਮੈਨੂਫੈਕਚਰਰ ਐਸੋਸੀਏਸ਼ਨ 1967 'ਚ ਬਣੀ ਸੀਗੀ, ਛੋਟੀ ਛੋਟੀ ਸੰਸਥਾਵਾਂ ਨੂੰ ਜੋੜ ਕੇ ਪਾਰਟਸ ਤੇ ਸਾਈਕਲ ਨੂੰ ਜੋੜ ਕੇ ਨਾਮ ਯੂਨਾਈਟਿਡ ਦਿੱਤਾ ਸੀ। ਕੁਝ ਗਲਤ ਅਨਸਰਾਂ ਕਰਕੇ, ਕੁਝ ਗਲਤ ਸੋਚ ਕਰਕੇ ਇਹਨੂੰ ਤੋੜਨ ਦੀ ਕੋਸ਼ਿਸ਼ ਕੀਤੀ ਗਈ, ਜਿਹਦਾ ਨਤੀਜਾ ਇਹ ਹੋਇਆ ਕਿ ਅੱਛੀ ਸੋਚ, ਕਲੀਅਰ ਸੋਚ ਵਾਲੇ ਬੰਦੇ ਜੋਗਿੰਦਰ ਕੁਮਾਰ ਜੀ, ਜੋਗਾ ਸਿੰਘ ਜੀ ਗਰੁੱਪ ਦੇ ਨਾਲ ਸਾਡੇ ਸੰਜੇ ਗੁਪਤਾ ਜੀ, ਨਾਈਸ ਗਰੁੱਪ, ਇਹ ਸਾਰਾ ਗਰੁੱਪ ਜੁੜ ਗਿਆ, ਫਿਲਟਰ ਹੋ ਕੇ, ਛਾਨਣੀ ਲੱਗ ਕੇ ਇੱਕ ਸੋਚ ਇਕੱਠੀ ਹੋ ਗਈ ਹੈ। ਅਸੀਂ ਫਰੰਟ ਦਾ ਨਾਂ ਹੀ ਯੂਨਾਈਟਿਡ ਕਰਤਾ, ਕਿਉਂਕਿ ਬਿਖਰ ਚੁੱਕੀ ਸੰਸਥਾ ਨੂੰ ਦੁਬਾਰਾ ਯੂਨਾਈਟ ਕਰਨਾ। ਸਰ ਗੱਲਬਾਤ ਕਰੀਏ ਤਾਂ ਲੋਕ ਇਹ ਕਹਿ ਰਹੇ ਹੈ ਕਿ ਚਾਵਲਾ ਸਾਹਿਬ ਦੀ ਮੈਂਬਰਾਂ ਦੇ ਵਿੱਚ ਕਿਤੇ ਹੈਗਾ ਜਾਂ ऑपोजिशन कह रहा है कि चावला साहब की तो किसी नाल नहीं बनी, जिन्नी बारी आए हैं किसी ना किसी नाल लड़ पे। की गारंटी है इस बार भी यूनाइटेड फ्रंट का नाम लग रहा है, जितने तो बाद किते फिर अनयूनाइटेड ना हो जाए? सर मैंबर साहबान नूं मैं ख्याल दस्सण दी लोड़ नहीं
ਕਿ ਜਿੰਨੀ ਹੁਣ ਤੱਕ ਸੇਵਾ ਮਿਲੀ ਹੈ 4 ਸਾਲ ਪ੍ਰਧਾਨ ਵਾਸਤੇ, 1 ਸਾਲ ਜਨਰਲ ਸੈਕਟਰੀ, 1 ਟਰਮ ਦੇ ਉੱਪਰ ਸੀਨੀਅਰ ਵਾਈਸ ਪ੍ਰੈਜ਼ੀਡੈਂਟ, ਮੈਂ ਇੱਕ ਛੋਟੀ ਇੰਡਸਟਰੀ ਨੂੰ ਬਿਲੋਂਗ ਕਰਦਾ ਵਾਂ। ਖੁਦ ਮਿਕਸਲੈਂਡ 'ਚ ਮੇਰੀ ਫੈਕਟਰੀ ਹੈ। ਸੱਚਾਈ ਦੇ ਰਾਹ ਦੇ ਉੱਪਰ ਔਕੜ ਆਉਣੀ ਹੈ। ਜਦ ਤੱਕ ਮੈਂ ਗਲਤ ਸੋਚ ਨੂੰ ਹਾਮੀ ਭਰਾਂਗਾ ਤੇ ਸ਼ਾਇਦ ਮੈਂ ਠੀਕ ਕਹਾਵਾਂਗਾ। ਮੈਂ ਗਲਤ ਨੂੰ ਗਲਤ ਕਹਿਣਾ ਹੀ ਹੈ। ਇਸ ਕਰਕੇ ਹੀ ਮੈਨੂੰ ਇਹਨਾਂ ਲੋਕਾਂ ਨੂੰ ਦਿੱਕਤ ਆਈ ਹੈ ਕਿ ਮੈਂ ਕਿਸੇ ਪ੍ਰੈਸ਼ਰ 'ਚ ਆ ਕੇ ਨਹੀਂ ਕੀਤਾ। ਪਰ ਇਹ ਗੱਲ ਗਲਤ ਹੈ ਕਿ ਮੈਂ ਕੰਮ ਨਹੀਂ ਕੀਤਾ। ਪਹਿਲੀ ਵਾਰੀ ਕੰਮ ਕੀਤਾ, ਆਪਣੇ ਆਪ ਹੀ 6 ਸਾਲ ਦੀ ਬ੍ਰੇਕ ਲੈ ਲਈ। ਦੂਜੀ ਵਾਰੀ ਕੰਮ ਕੀਤਾ, 8 ਸਾਲ ਦੀ ਬ੍ਰੇਕ ਲੈ ਲਈ। ਪਰ ਮੈਂਬਰਾਂ ਨੇ ਮੈਨੂੰ ਦੁਬਾਰਾ ਲਿਆਉਣ ਦੀ ਕੋਸ਼ਿਸ਼ ਕੀਤੀ ਕਿ ਉਹ ਵਧੀਕੀਆਂ ਜਾਂ ਬੇਨੀਮੀਆਂ ਹੋ ਰਹੀਆਂ ਸੀਗੀਆਂ, ਉਹਨਾਂ ਨੂੰ ਦੂਰ ਕਰਨ ਵਾਸਤੇ। ਇਹਦਾ ਇੱਕੋ ਇੱਕ ਇਲਾਜ ਹੈ ਕਿ ਜਦੋਂ ਤੁਸੀਂ 8 ਅਲੱਗ-ਅਲੱਗ ਜਗ੍ਹਾ ਦੇ ਉੱਪਰ ਹੋ, ਕੰਡੇ ਫੁੱਲ ਤਣੇ ਚੁਣਦੇ ਹੋ, ਤੇ ਗੁਲਦਸਤੇ ਦੇ ਵਿੱਚ ਇੱਕ ਸੇਬ ਵੀ ਗੰਦਾ ਆ ਜਾਵੇ ਤੇ ਪੂਰਾ ਪੇਟੀ ਗੁਲਦਸਤਾ ਖਰਾਬ ਹੋ ਜਾਂਦਾ ਵਾ। ਇੱਕ ਪ੍ਰਧਾਨ ਦੀ ਇਲੈਕਸ਼ਨ ਕਰਾਓ। ਹਰ ਸੰਸਥਾ ਜਿਹੜੀ ਚੰਗੀ ਕਾਮਯਾਬ ਹੈ ਉਹਦੀ ਪ੍ਰਧਾਨ ਦੀ ਇਲੈਕਸ਼ਨ ਹੁੰਦੀ ਹੈ, ਚਾਹੇ ਉਹ ਇੰਡੀਆ ਲੈਵਲ ਦੀ, ਪੰਜਾਬ ਦੀ ਜਾਂ ਲੁਧਿਆਣੇ ਦੀ ਹੈ। ਪ੍ਰਧਾਨ ਆਪਣੀ ਟੀਮ ਖੁਦ ਨੋਮੀਨੇਟ ਕਰੇ ਤੇ ਪ੍ਰਧਾਨ ਇਕੱਲਾ ਜਵਾਬਦੇਹ ਹੋਵੇ। ਮੈਂ ਵਿਸ਼ਵਾਸ ਦਿਲਾਨਾ ਵਾਂ ਇਹ ਟੀਮ ਉਹ ਪ੍ਰੋਫੈਸ਼ਨਲ ਬੰਦੇ ਚੁਣ ਕੇ ਨਹੀਂ ਲਿਆਂਦੇ ਗਏ ਜਿਹੜੇ ਹਰ ਸਾਲ ਕਿਸੇ ਨਾ ਕਿਸੇ ਪਾਸਿਓਂ ਅੰਦਰ ਆਉਣਾ ਚਾਹੁੰਦੇ ਨੇ। ਇਹ ਯੰਗ ਐਨਰਜੈਟਿਕ ਇੰਡਸਟਰੀ ਦੇ ਹੀ, ਸਾਈਕਲ ਇੰਡਸਟਰੀ ਦੀ ਜੁੜੀ ਹੋਈ ਟੀਮ ਹੈ। ਮੈਨੂੰ ਪੂਰਨ ਵਿਸ਼ਵਾਸ ਹੈ ਕਿ ਅਸੀਂ ਤੁਹਾਨੂੰ ਐਤਕੀ ਇੱਦਾਂ ਦੇ ਰਿਜ਼ਲਟ ਦੇਵਾਂਗੇ ਕਿ ਜੋ ਗਲਤਫਹਿਮੀਆਂ ਫੈਲਾਉਣ ਦੀ ਕੋਸ਼ਿਸ਼ ਕਰ ਰਹੇ ਆ ਉਹ ਦੂਰ ਹੋ ਜਾਣਗੀ। ਸਰ, ਗੱਲਬਾਤ ਕਰਦੇ ਹਾਂ ਤੇ ਇੰਡਸਟਰੀ ਦੀ। ਤੁਸੀਂ ਦੱਸਿਆ ਕਿ ਤੁਸੀਂ ਮੇਰੇ ਖਿਆਲ 5ਵੀਂ ਵਾਰੀ ਕੰਟੈਸਟ ਕਰ ਰਹੇ ਹੋ, 4 ਵਾਰੀ ਕਰ ਚੁੱਕੇ ਹੋ, 5ਵੀਂ ਵਾਰੀ। ਸਰ, 5ਵੀਂ ਵਾਰ ਵੀ ਚਾਵਲਾ ਸਾਹਿਬ ਹੀ ਕਿਉਂ? ਪਹਿਲਾਂ 4 ਵਾਰ 'ਚ ਕੀ ਆਪਣੇ ਕੋਲ ਵਿਜ਼ਨ ਨਹੀਂ ਸੀ? ਆਪਾਂ ਕਿਉਂ 4 ਵਾਰ 'ਚੋਂ ਕੰਮ ਨਹੀਂ ਕਰ ਪਾਏ ਕਿ ਆਪਾਂ ਨੂੰ 5ਵੀਂ ਵਾਰ ਵੀ ਖੜਨਾ ਪੈ ਰਿਹਾ? ਔਰ ਹਰ ਵਾਰੀ ਕਿਉਂ ਚਾਵਲਾ ਸਾਹਿਬ ਹੀ? ਤੁਹਾਨੂੰ ਮਹੱਤਵਕਾਂਸ਼ਾ ਹੀ ਬਹੁਤ ਹੈ ਕਹਿੰਦੇ ਕਿ ਪ੍ਰਧਾਨ ਬਣਨ ਦੀ। ਦੇਖੋ, ਪਹਿਲੀ ਵਾਰੀ 6 ਸਾਲ 2000 ਤੋਂ 2003 ਤੱਕ ਮੈਂ ਪ੍ਰੈਜ਼ੀਡੈਂਟ ਦੀ ਸੇਵਾ ਨਿਭਾਈ। 6 ਸਾਲ ਮੈਂ ਆਪਣੇ ਮਨ ਨਾਲ ਦੂਜਿਆਂ ਨੂੰ ਜਗ੍ਹਾ ਦੇਤੀ। ਫਿਰ ਮੈਨੂੰ 8 ਸਾਲ ਬਾਅਦ, 6 ਸਾਲ ਬਾਅਦ 2 ਸਾਲ ਫਿਰ ਮੌਕਾ ਦਿੱਤਾ। ਉਸ ਤੋਂ ਬਾਅਦ ਮੈਂ ਫਿਰ 8 ਸਾਲ ਦੀ ਬ੍ਰੇਕ ਲਈ ਹੈ। ਜੇ ਮੈਂ ਖੁਦ ਬ੍ਰੇਕ ਲੈ ਰਿਹਾ, ਮੈਂਬਰ ਮੈਨੂੰ ਪਿਆਰ ਨਾਲ, ਸਤਿਕਾਰ ਨਾਲ, ਜ਼ੋਰ ਨਾਲ ਦੁਬਾਰਾ ਲੈ ਕੇ ਆਉਂਦੇ ਨੇ। ਇਹ ਇਲਜ਼ਾਮ ਤੁਹਾਡਾ ਬਿਲਕੁਲ ਗਲਤ ਹੈ। ਮੈਨੂੰ ਐਤਕੀ ਵੀ ਮੈਂ ਤਾਂ ਕਿਹਾ ਸੀਗਾ ਕਿ ਮੈਂ ਨਹੀਂ ਆਉਣਾ ਚਾਹੁੰਦਾ, ਪਰ ਗਰੁੱਪ ਨੇ ਦੁਬਾਰਾ ਯੂਨਾਈਟ ਹੋ ਕੇ ਦਿੱਤਾ। ਤੁਹਾਡੀ ਉਹ ਸਟੇਜ 'ਤੇ ਜਦੋਂ ਟੀਮ ਅਨਾਊਂਸ ਕੀਤੀ ਹੈ, ਤੁਹਾਡੇ ਹੀ ਪੱਤਰਕਾਰ ਭਰਾਵਾਂ ਨੇ, ਮੀਡੀਆ ਨੇ ਪੁੱਛਿਆ ਸੀ ਕਿ ਤੁਸੀਂ ਹੀ ਕਿਉਂ, ਬਿੱਟੂ ਜੀ ਕਿਉਂ ਨਹੀਂ? ਮੈਂ ਜਗਤ ਵੀਰ ਜੀ ਨੂੰ ਉਸ ਵੇਲੇ ਕਿਹਾ ਸੀ ਕਿ ਤੁਸੀਂ ਆਓ ਫਾਰਮ ਭਰੋ, ਮੈਂ ਤੁਹਾਡੇ ਫਾਰਮ ਖੁਦ ਸਾਈਨ ਕਰਦਾ ਵਾਂ। ਜਗਤ ਵੀਰ ਜੀ ਨੇ ਵੀ ਨਾ ਕਰਤੀ ਤੇ ਮੈਂਬਰਾਂ ਨੇ ਵੀ ਕਿਹਾ ਕਿ ਤੁਹਾਨੂੰ ਹੀ ਸੇਵਾ ਦੇਣੀ ਹੈ, ਸਾਫ਼ ਸੁਥਰੀ ਛਵੀ ਚਾਹੀਦੀ ਹੈ। ਸਰ, ਪਿਛਲੇ ਤੁਸੀਂ ਮੀਟਿੰਗਾਂ ਕਰ ਰਹੇ ਹੋ, ਲੋਕੀ ਕੁਐਸਚਨ ਇਹ ਕਰ ਰਹੇ ਆ ਕਿ ਚਾਹੇ ਤੁਹਾਡਾ ਗਰੁੱਪ ਹੈ ਚਾਹੇ ਦੂਸਰਾ ਗਰੁੱਪ ਹੈ, AGM ਲਈ ਕੋਵਿਡ ਸੀਗਾ, ਅੱਜ ਕੋਵਿਡ ਨਹੀਂ ਹੈਗਾ, ਕਿਉਂ ਇੱਦਾਂ ਦੀਆਂ ਮੀਟਿੰਗਾਂ ਹੋ ਰਹੀਆਂ? ਉਸ ਦਿਨ ਦੀ ਸਾਰੀ ਜਿਹੜੀ ਸ਼ਰਾਰਤ ਸੀਗੀ, ਚਾਹੇ ਮਾੜਾ ਹੋਇਆ, ਕਾਲਾ ਦਿਨ ਸੀ, ਉਹ ਕਹਿੰਦੇ ਸੋਚੀ ਸਮਝੀ ਸੀ। ਘੱਟ ਤੁਸੀਂ ਵੀ ਨਹੀਂ ਸੀ, ਘੱਟ ਦੂਜੇ ਵੀ ਨਹੀਂ ਸੀਗੇ। ਦੇਖੋ, ਮੇਰੇ ਘੱਟ ਕੀ ਦੇਖਿਆ? ਮੈਂ ਤੇ ਸਟੇਜ ਤੇ ਪ੍ਰਧਾਨ ਜੋ ਬੇਨੀਮੀਆਂ ਦੀ ਬੈਲੈਂਸ ਸ਼ੀਟ ਦੇ ਮਾਈਕ ਮੰਗ ਕੇ ਬੋਲਣਾ ਚਾਹੁੰਦਾ ਸੀ, ਮੌਜੂਦਾ ਪ੍ਰਧਾਨ ਨੂੰ ਮਾਈਕ ਤੇ ਨਹੀਂ ਬੋਲਣ ਦਿੱਤਾ ਗਿਆ। ਇਹ ਇਲਜ਼ਾਮ ਗਲਤ ਹੈ। ਬਾਕੀ ਕੋਵਿਡ ਦੇ ਪੂਰਨ ਜੋ ਵੀ SOP ਅਸੀਂ ਫਾਲੋ ਕਰ ਰਹੇ ਹਾਂ, ਮੈਂਬਰਾਂ ਨੂੰ ਸਤਿਕਾਰ ਦੇ ਨਾਲ ਉਸ ਤਰ੍ਹਾਂ ਹੀ ਮੀਟਿੰਗਾਂ ਕਰ ਰਹੇ ਹਾਂ ਜੋ ਗਾਈਡਲਾਈਨ ਹੈਗੀਆਂ ਨੇ। ਇਸ ਤਰ੍ਹਾਂ ਦਾ ਇਲਜ਼ਾਮ ਗਲਤ ਹੋ ਰਿਹਾ। ਸਰ, ਗੱਲਬਾਤ ਕਰਾਂਗੇ। ਇੰਡਸਟਰੀ ਦੀ ਡਿਵੈਲਪਮੈਂਟ ਲਈ ਕੋਈ ਗੱਲ ਨਹੀਂ ਹੋ ਰਹੀ, ਮੀਟਿੰਗਾਂ ਕੀਤੀਆਂ ਜਾ ਰਹੀਆਂ, ਵੋਟਰਾਂ ਨੂੰ ਲੁਭਾਇਆ ਜਾ ਰਿਹਾ। ਅਸੀਂ ਦੇਖਿਆ ਮੈਨੀਫੈਸਟੋ ਦੇ ਵਿੱਚ ਕੀ ਇਹੋ ਜਿਹੀ ਚੀਜ਼ਾਂ ਰੱਖੀਆਂ ਨਾ। ਪਿਛਲੇ ਅਸੀਂ ਗੱਲਬਾਤ ਕਰੀਏ, ਜਿੱਥੇ ਤੱਕ ਸਾਨੂੰ ਯਾਦ ਹੈ 2000 ਮੇਰੇ ਖਿਆਲ 4-5 ਤੋਂ ਲੈ ਕੇ ਅੱਜ ਤੱਕ ਇਹੀ ਕਹੀ ਜਾ ਰਿਹਾ ਸੀ ਕਿ 1.5 ਕਰੋੜ ਸਾਈਕਲ ਬਣਾਉਂਦੇ ਤੇ ਵਰਲਡ ਦੇ ਸੈਕਿੰਡ ਹੈ। ਰੋਣਾ ਇਹੀ ਹੁੰਦਾ ਹੈ ਕਿ ਜੀ ਸਾਡੀ ਸਰਕਾਰ ਸਾਨੂੰ ਟੈਕਨੋਲੋਜੀ ਅਪਗ੍ਰੇਡੇਸ਼ਨ ਫੰਡ ਨਹੀਂ ਦਿੰਦੀ। ਸਰਕਾਰ ਨੇ ਤਾਂ ਸਰ ਅੱਗੇ ਵੀ ਨਹੀਂ ਦੇਣਾ, ਨਾ ਪਿੱਛੇ ਦਿੱਤਾ ਨਾ ਅੱਗੇ ਦੇਣਾ। ਫਿਰ ਟੈਕਨੋਲੋਜੀ ਅਪਗ੍ਰੇਡ ਹੋਊਗੀ ਵੀ ਕਦੀ, ਆ ਆਪਾਂ ਰਾਜਨੀਤੀਕਰਨ ਕਰਕੇ ਰਹਿ ਜਾਾਂਗੇ ਇੰਡਸਟਰੀ ਦਾ? ਛੋਟਾ ਜਿਹਾ ਜਵਾਬ ਦੇਣਾ ਕਿ 2001 ਤੋਂ ਲੈ ਕੇ 2010 ਤੱਕ ਚਾਈਨਾ ਅਸੀਂ ਜਾਣਾ ਸ਼ੁਰੂ ਕੀਤਾ। ਸੰਸਥਾ ਨੂੰ ਇੰਨਾ ਵੱਡਾ ਮਾਣ ਕਿ VVIP ਸਟੇਟਸ ਸਾਈਕਲ ਇੰਡਸਟਰੀ 'ਚ ਪਹਿਲੀ ਵਾਰੀ ਮੈਨੂੰ ਉਹਨਾਂ ਨੇ ਮਾਣ ਦਿੱਤਾ। 10 ਤੋਪਾਂ 'ਚ ਸਲਾਮੀ ਦਿੱਤੀ। ਫੈਕਟਰੀ ਚਾਈਨਾ ਵੜਨ ਨਹੀਂ ਸੀ ਦਿੰਦੇ। ਅਸੀਂ ਫੈਕਟਰੀਆਂ 'ਚ ਜ਼ੋਰੀ ਜ਼ਬਰਦਸਤੀ, ਪਿਆਰ ਸਤਿਕਾਰ ਨਾਲ ਜਾ ਕੇ ਰਿਕਾਰਡਿੰਗ ਕਰਕੇ ਲੈ ਕੇ ਆਏ ਕਿ ਕੰਮ ਕਰਨ ਦਾ ਢੰਗ ਕੀ ਹੈ, ਮਸ਼ੀਨਾਂ ਕੀ ਹੈ, ਡਾਈਆਂ ਕੀ ਨੇ, ਰॉ ਮਟੀਰੀਅਲ ਕੀ ਹੈ। ਉਹਦੀ ਇੱਕ DVD ਬਣਾ ਕੇ 2010 'ਚ ਮੈਂਬਰਾਂ ਨੂੰ ਦਿੱਤੀ ਟੈਕਨੋਲੋਜੀ ਦੀ। ਮੈਂਬਰਾਂ ਨੂੰ ਕੁਝ ਘਰਾਂ ਨੇ ਹੀ ਆਪਣੇ ਅੰਦਰ DVD ਰੱਖ ਕੇ ਕੰਮ ਸ਼ੁਰੂ ਕਰਤਾ। ਮੈਂਬਰਾਂ ਨੂੰ ਵਿਸ਼ਵਾਸ ਦਿਲਾਨਾ ਕਿ ਜੋ ਵੀ ਟੈਕਨੋਲੋਜੀ ਚਾਹੀਦੀ ਹੈ, ਜਿਵੇਂ ਅੱਗੇ ਮਿਹਨਤ ਕਰਕੇ ਲਿਆ ਕੇ ਦਿੱਤੀ ਸੀਗੀ, ਫਿਰ ਸ਼ਾਰਟ ਟਰਮ ਦੇ ਵਿੱਚ ਲਿਆ ਕੇ ਦੇਵਾਂਗੇ। ਚਾਹੇ ਉਹ ਕਾਰਬਨ ਫਾਈਬਰ ਹੈ, ਚਾਹੇ ਅਲੋਏ ਸਟੀਲਸ ਹੈ। ਸਰਕਾਰ ਤੋਂ ਰॉ ਮਟੀਰੀਅਲ, ਟੈਕਨੋਲੋਜੀ ਲਿਆ ਕੇ ਦੇਣਾ ਸਾਡਾ ਕੰਮ ਹੈ ਤੇ ਮੈਂਬਰਾਂ ਨੂੰ ਉਤਸ਼ਾਹ ਦੇ ਕੇ ਅੱਗੇ ਲਿਜਾਣਾ ਸਾਡੀ ਇੰਡਸਟਰੀ ਦੀ ਸਾਂਝੀ ਸੋਚ ਹੋਏਗੀ। ਬਾਕੀ ਤੁਸੀਂ ਮੈਨੀਫੈਸਟੋ ਦੀ ਗੱਲ ਕੀਤੀ ਹੈ,
ਕਿਉਂਕਿ ਅਸੀਂ ਮੈਂਬਰਾਂ ਨੂੰ ਅਸੀਂ ਥੋਪਣਾ ਨਹੀਂ ਚਾਹੁੰਦੇ। ਮੈਂਬਰਾਂ ਨੂੰ ਪੁੱਛਿਆ ਕਿ ਤੁਸੀਂ ਸੰਸਥਾ ਤੋਂ ਕੀ ਚਾਹੁੰਦੇ ਹੋ। ਉਹਨਾਂ ਦੇ ਆਉਣ ਲਈ 2 ਮੀਟਿੰਗਾਂ, ਜਿਹੜੇ ਸਾਨੂੰ ਸੁਝਾਅ ਆਉਣਗੇ ਉਹਨੂੰ ਅਸੀਂ ਮੈਨੀਫੈਸਟੋ ਸਮੇਂਬੱਧ ਤਰੀਕੇ ਨਾਲ ਕਰਕੇ ਦੇਵਾਂਗੇ। ਸਭ ਤੋਂ ਵੱਡਾ ਜਿਹੜਾ ਮੇਰਾ ਵਾਅਦਾ ਹੋਏਗਾ ਕਿ ਮਿਕਸ ਲੈਂਡ, ਜਿਹਦੇ ਉੱਪਰੋਂ ਇੰਡਸਟਰੀ ਨੂੰ ਬਾਹਰ ਕੱਢਣ ਦੀ ਬਹੁਤ ਵੱਡੀ ਤਲਵਾਰ ਆਈ ਹੋਈ ਹੈ, ਜਦ ਤੱਕ ਸਰਕਾਰ ਸਸਤੇ ਭਾਅ 'ਤੇ ਸਾਨੂੰ ਇੰਡਸਟਰੀਅਲ ਪਲਾਟ ਨਹੀਂ ਦਿੰਦੀ ਜਾਂ ਅਸੀਂ ਇੰਡਸਟਰੀਅਲ ਪਲਾਟ ਆਪਣੇ ਲੈਵਲ 'ਤੇ ਪੈਸੇ ਇਕੱਠੇ ਕਰਕੇ ਕੱਟ ਕੇ ਨਹੀਂ ਦਿੰਦੇ, ਛੋਟੀ ਇੰਡਸਟਰੀ ਜਿੱਥੇ ਬੈਠੀ ਹੈ ਉੱਥੇ ਹੀ ਰਹੇਗੀ, ਹਿੱਲਣ ਨਹੀਂ ਦੇਵਾਂਗੇ। ਸਰ, ਕਾਰਪੋਰੇਟ ਘਰਾਣੇ ਜਿਹੜੇ ਕਿ ਇਸ UCPMA ਦਾ ਪਾਰਟ ਹੁੰਦੇ ਸੀ, ਫੰਡ ਦਿੰਦੇ ਸੀਗੇ, ਅੱਜ ਉਹ ਕੱਟ ਚੁੱਕੇ ਹੈ। ਜਿੱਦਾਂ ਦੀ ਹਰਕਤਾਂ ਹੈ ਮੈਂਬਰਾਂ ਦੀ, ਉਹਦੇ ਕਰਕੇ ਉਹ ਆਪਣਾ ਨਾਮ ਵੀ ਇਸ ਤੋਂ ਪਿੱਛੇ ਖਿੱਚਦੇ ਜਾ ਰਹੇ ਹੈ। ਸੋ ਉਹਨਾਂ ਨੂੰ ਦੁਬਾਰਾ ਕਿੱਦਾਂ ਜੋੜਿਆ ਜਾਏਗਾ? ਜ਼ਿੰਮੇਵਾਰ ਕੌਣ? ਮੇਰੀਆਂ ਜਿੰਨੀਆਂ ਟੈਨਿਓਰ ਰਹੀਆਂ ਮੇਰੀ ਟੀਮ ਦੀਆਂ, ਆ ਕੇ ਦੇਖੋ ਕਿ ਹਰ ਕਾਰਪੋਰੇਟ ਘਰਾਣਾ, ਮੈਂ ਨਾਮ ਨਹੀਂ ਲਵਾਂਗਾ, 2-2 3-3 ਘੰਟੇ ਸਟੇਜ 'ਤੇ ਬੈਠਦਾ ਸੀ। ਛੋਟੀ ਇੰਡਸਟਰੀ ਵੀ ਸਟੇਜ 'ਤੇ ਬੈਠੀ ਹੁੰਦੀ ਸੀ, ਮਾਈਕਰੋ ਵੀ ਸਟੇਜ 'ਤੇ ਬੈਠੀ ਸੀ। ਉਹਨਾਂ ਦੇ ਜਿਨ੍ਹਾਂ ਨੇ ਲੱਖਾਂ ਰੁਪਏ ਦੇ ਕੇ ਸਾਡੇ ਉੱਥੇ ਬਿਲਡਿੰਗਾਂ ਬਣਾ ਕੇ ਦਿੱਤੀਆਂ, ਹੋਰ ਇਨਫਰਾਸਟ੍ਰਕਚਰ ਦਿੱਤਾ, ਉਹਨਾਂ ਦਾ ਰੁਝਾਨ ਮੇਰੇ ਨਾ ਰਹਿੰਦੇ ਹੋਏ ਕਿਉਂ ਘਟਦਾ? ਕਿ ਫੰਡਾਂ ਦੀ ਦੁਰਵਰਤੋਂ, ਮਿਸਮੈਨੇਜਮੈਂਟ, ਪੋਲੀਟੀਕਲ ਕਰਨਾ ਸੰਸਥਾ ਨੂੰ, ਵਾਇਲੈਂਸ ਕਰਨੀ, ਕੋਈ ਵੀ ਇੰਡਸਟਰੀਲਿਸਟ ਪਸੰਦ ਨਹੀਂ ਕਰਦਾ। ਮੇਰੀ ਟੈਨਿਓਰ ਦੇਖੋ ਕਿ 833 ਮੈਂਬਰਾਂ ਤੋਂ ਪਹਿਲੀ ਟੈਨਿਓਰ 'ਚ 1200, ਫਿਰ 1400, 2400 ਤੱਕ ਲੈ ਕੇ ਮੈਂ 2011 ਛੱਡੀ ਸੀਗੀ। ਅੱਜ ਉਹ ਸੰਸਥਾ ਫਿਰ 1600-1700 ਤੇ ਖੜੀ ਹੋ ਗਈ ਹੈ। ਅਸੀਂ 2000 ਤੱਕ ਪਹੁੰਚਾਤੀ ਹੈ। ਇਹ ਕੀ ਕਾਰਨ ਹੈ? ਕਿ ਸਾਡੀ ਟੈਨਿਓਰ 'ਚ ਮੈਂਬਰ ਜੁੜਦੇ ਨੇ, ਟੁੱਟੇ ਹੋਏ ਮੈਂਬਰ, ਇਹਨਾਂ ਦੀ ਟੈਨਿਓਰ 'ਚ ਮੈਂਬਰ ਟੁੱਟਦੇ ਨੇ, ਜੁੜੇ ਹੋਏ ਮੈਂਬਰ। ਇਹਦਾ ਜਵਾਬ ਮੇਰਾ ਇਹੀ ਹੈ ਕਿ ਸੋਚ ਮੈਂਬਰਾਂ ਦੀ, ਨਤੀਜਾ ਮੈਂਬਰਾਂ ਦਾ, ਫੈਸਲਾ ਮੈਂਬਰਾਂ ਦਾ। ਸਾਡੀ ਟੈਨਿਓਰ 'ਚ ਵੱਡੇ ਘਰਾਣੇ ਛੋਟੇ ਘਰਾਣਿਆਂ ਦਾ ਫਰਕ ਖਤਮ ਹੁੰਦਾ। ਮੈਂਬਰ ਜੁੜਦੇ ਨੇ, ਉਹ ਟੁੱਟ ਕੇ ਵਾਪਸ ਆ ਜਾਂਦੇ ਨੇ। ਇਹਦਾ ਜਵਾਬ ਮੈਂ ਨਹੀਂ ਦੇਣਾ ਚਾਹਾਂਗਾ, ਮੈਂਬਰ ਆਪ ਫੈਸਲਾ ਕਰਨ। ਸਰ, ਇੱਕ ਇਲਜ਼ਾਮ ਲੱਗਦਾ ਹੈ ਮੈਂਬਰਾਂ ਦੀ, ਇਹ ਕਹਿਣਾ ਹੈ, ਉਹ ਇਹ ਕਹਿੰਦੇ ਆ ਕਿ ਜਿਹੜੇ ਵੀ ਪ੍ਰਧਾਨ ਬੰਦੇ ਹੈ ਪਿਛਲੇ ਕੁਝ ਟਾਈਮ ਤੋਂ, ਉਹ ਸਾਰੇ ਦੇ ਸਾਰੇ ਪ੍ਰਧਾਨਾਂ ਨੇ ਟੈਕਨੋਲੋਜੀ ਤਾਂ ਨਹੀਂ ਲੈ ਕੇ ਆਂਦੀ ਬਾਹਰੋਂ, ਪਾਰਟਸ ਇੰਪੋਰਟ ਕਰ ਲਿੱਤੇ ਔਰ ਵੱਡੇ ਘਰਾਣਿਆਂ ਨੇ ਉਹਦਾ ਫਾਇਦਾ ਚੱਕਿਆ। ਪਾਰਟਸ ਇੰਪੋਰਟ ਹੋਣ ਲੱਗ ਪਏ, ਇੰਡਸਟਰੀ, ਛੋਟੀ ਇੰਡਸਟਰੀ ਮਰਦੀ ਗਈ, ਵੱਡੇ ਘਰਾਣੇ ਹੋਰ ਵੱਡੇ ਹੁੰਦੇ ਗਏ, ਗੈਪ ਬਹੁਤ ਵੱਧ ਗਿਆ। ਉਹਦੇ ਕਰਕੇ ਹੀ ਅੱਜ ਇੱਦਾਂ ਦੀ ਹਰਕਤਾਂ ਹੋਈਆਂ। ਸੋ ਕੀ ਆਸ਼ਵਾਸਨ ਦਿੰਦੇ ਹੋ? ਕਿੱਦਾਂ ਤੁਹਾਡੇ 'ਤੇ ਵਿਸ਼ਵਾਸ ਕੀਤਾ ਜਾਏ? ਕੀ ਇਹੋ ਜਿਹੇ ਕਦਮ ਚੱਕੋਗੇ ਕਿ ਜਿਹੜੀ ਮਾਈਕਰੋ, ਤੁਸੀਂ ਕਹਿੰਦੇ ਤਾਂ ਉਹ ਕਿ ਛੋਟੀ ਇੰਡਸਟਰੀ ਤੋਂ ਮੈਂ ਆਪ ਹੈ, ਪਰ ਕਿਉਂ ਨਹੀਂ ਪ੍ਰਧਾਨ ਤਾਂ ਡਿਵੈਲਪ ਹੋ ਗਏ ਪਰ ਇੰਡਸਟਰੀ ਉੱਥੇ ਹੀ ਰਹਿ ਗਈ? ਤੁਸੀਂ ਇਹ ਦੱਸਣਾ ਕਿ ਮੈਂ ਇੱਕ ਹੱਥ ਚੁੱਕ ਕੇ ਤੁਹਾਨੂੰ ਵਿਸ਼ਵਾਸ ਦਿਲਾਨਾ ਵਾਂ। ਇਹ ਦੱਸਣਾ ਕਿ ਮੈਂ ਜਦੋਂ ਤੋਂ ਜਾਣਾ ਚਾਈਨਾ ਸ਼ੁਰੂ ਕੀਤਾ, ਹਰ ਸਾਲ ਜਾਣਾ, ਇੱਕ ਸਿੰਗਲ ਪੈਸੇ ਦੀ ਮੈਂ ਇੰਪੋਰਟ ਨਹੀਂ ਕੀਤੀ। ਚਰਨਜੀਤ ਸਿੰਘ ਵਿਸ਼ਕਰਮਾ ਜਦੋਂ ਗਏ ਤੇ ਸੀਗੇ ਚਾਈਨਾ ਦੀ ਇੰਡਸਟਰੀ ਦੇ ਟੂਰ ਲੈ ਕੇ। ਪਹਿਲੀ ਇੰਪੋਰਟ ਹੈਂਡ ਪੰਪ ਦੀ ਚਰਨਜੀਤ ਸਿੰਘ ਵਿਸ਼ਕਰਮਾ ਨੇ ਕੀਤੀ ਹੈ। ਕਿਉਂ ਨਹੀਂ ਬਤੌਰ ਪ੍ਰਧਾਨ ਹੁੰਦੇ ਹੋਏ ਉਹ ਸਾਰੇ ਸੈਂਪਲ ਲਿਆ ਕੇ ਮੈਂਬਰਾਂ ਅੱਗੇ ਰੱਖ ਕੇ ਮੈਂਬਰਾਂ ਕੋਲ ਕੰਮ ਕਰਾਇਆ। ਜਦੋਂ ਕਿ ਅਸੀਂ ਪਹਿਲੇ ਟੂਰ ਤੋਂ ਲਿਆ ਕੇ ਪਹਿਲੇ ਇੱਥੇ ਕੈਂਪ ਲਗਾਇਆ, ਮੀਟਿੰਗ ਕੀਤੀ, ਜਿੰਨੇ ਵੀ ਮੈਂਬਰਾਂ ਨੇ ਸੈਂਪਲ ਉੱਥੋਂ ਟੈਕਨੋਲੋਜੀ ਲਿਆ ਕੇ ਟੇਬਲਾਂ 'ਤੇ ਵਿਛਾਤੀ ਸੀਗੀ, ਡਿਵੈਲਪ ਕਰੋ। ਜਿੰਨੇ ਪ੍ਰਧਾਨ ਗਏ ਨੇ ਕਿ ਉੱਥੇ ਕੁਝ, ਮੈਂ ਗੁਰਮੀਤ ਸਿੰਘ ਕੁਲਾਰ ਦੀ ਗੱਲ ਕਰਾਂਗਾ, ਜਦੋਂ ਟੂਰ ਲੈ ਕੇ ਜਾਂਦੇ ਨੇ ਉੱਥੇ ਫੇਅਰ ਦੇ ਵਿੱਚ ਘੱਟ, ਬਾਹਰ ਸੈਰ ਜ਼ਿਆਦਾ ਹੁੰਦੀ ਹੈ। ਮੇਰੇ ਇੱਕ ਟੂਰ 'ਚ ਦਿਖਾਓ, ਸਵੇਰੇ 7 ਵਜੇ ਮੈਂਬਰਾਂ ਨੂੰ ਬੂਟ ਪਵਾ ਕੇ ਬੱਸ 'ਚ ਬਿਠਾਈਦਾ, ਫੈਕਟਰੀਆਂ ਘੁਮਾਈ ਦੀਆਂ, ਸ਼ਾਮ ਨੂੰ ਵਾਪਸ ਲੈ ਕੇ ਆਈਦਾ, ਫੇਅਰ 'ਚ ਲੈ ਕੇ ਜਾਈਦਾ, ਫੇਅਰ ਤੋਂ ਸਿੱਧਾ ਲਿਆ ਕੇ ਏਅਰਪੋਰਟ ਲੈ ਕੇ ਆਈਦਾ। ਅਸੀਂ ਘੁੰਮਣ ਨਹੀਂ ਜਾਂਦੇ, ਸਿੱਖਣ ਜਾਂਦੇ ਆ। ਮੇਰੇ ਬਹੁਤ ਸਾਰੇ ਦੋਸਤ ਮੇਰੇ ਨਾਲ ਗਏ ਨੇ, ਪੁੱਛ ਕੇ ਦੇਖੋ ਉਹਨਾਂ ਨੇ ਲਿਆ ਕੇ ਫੈਕਟਰੀਆਂ 'ਚ ਕੀ ਬਦਲਾਅ ਕੀਤੇ ਨੇ। ਜੀ ਸਰ, ਇੱਕ ਆਖਰੀ ਕੁਐਸਚਨ, ਇਹ ਪੂਰੇ ਐਪੀਸੋਡ ਦੇ ਵਿੱਚ ਕਹਿੰਦੇ ਆ ਕਿ ਤੁਹਾਡਾ ਵੀ ਬਰਾਬਰੀ ਦਾ ਕਸੂਰ ਸੀਗਾ ਤੇ ਤੁਸੀਂ ਪਰਚੇ ਤੱਕ ਕਰਾ ਦਿੱਤੇ, ਕੁਝ ਬੇਕਸੂਰਾਂ ਤੇ ਵੀ ਕਰਾ ਦਿੱਤੇ। ਅਸੀਂ ਨਹੀਂ ਕਹਿੰਦੇ ਸਾਰੇ ਬੇਕਸੂਰ ਸੀ, ਪਰ ਕੁਝ ਬੇਕਸੂਰਾਂ ਦਾ ਵੀ ਨਾਮ ਆ ਗਿਆ। ਰਾਮਗੜੀਆ ਬਰਾਦਰੀ ਜਿਹਦਾ ਕਿ ਬਹੁਤ ਤਗੜਾ ਵੋਟ ਬੈਂਕ ਹੈਗਾ, ਉਹ ਬਹੁਤ ਜ਼ਿਆਦਾ ਨਾਰਾਜ਼ ਹੈ ਔਰ ਕਿਹਾ ਜਾ ਰਿਹਾ ਕਿ ਇਸ ਵਾਰੀ DS ਚਾਵਲਾ ਜੀ ਨੂੰ ਮੂੰਹ ਤੋੜ ਜਿਹੜੇ ਆ ਹਰਾਉਣ ਦੀ ਕੋਸ਼ਿਸ਼ ਕੀਤੀ ਜਾਏਗੀ, ਸਬਕ ਸਿਖਾਇਆ ਜਾਏਗਾ। ਇਹ ਮਤਲਬ ਅਸੀਂ ਨਹੀਂ ਕਹਿ ਰਹੇ, ਮੈਂਬਰ ਕਹਿ ਰਹੇ, ਹੋ ਸਕਦਾ ਤੁਹਾਨੂੰ ਬੁਰਾ ਲੱਗੇ, ਪਰ ਇਸ ਚੀਜ਼ ਦਾ ਕਿੱਦਾਂ ਪਾਰ ਪਾਓਗੇ, ਕੀ ਕਰੋਗੇ? ਦੇਖੋ, ਇਹ ਬਿਲਕੁਲ ਗਲਤ ਫੈਲਾਓ ਕੀਤਾ ਜਾ ਰਿਹਾ ਰਾਮਗੜੀ ਬਰਾਦਰੀ ਦਾ। ਮੇਰੀ ਬਰਾਦਰੀ ਇੱਕ ਸਿਰਫ ਸਾਈਕਲ ਪਾਰਟਸ ਹੈਗੀ ਹੈ। ਇਹ ਰਾਮਗੜੀਆ ਬਰਾਦਰੀ ਨਾ ਕਹੋ ਤੁਸੀਂ, ਇਹ ਇੱਕ ਗਲਤ ਪ੍ਰਚਾਰ ਹੈ। ਅਸੀਂ ਸਾਰੇ ਇਕੱਠੇ ਹੈਗੇ ਹਾਂ। ਸਰ ਗੁਰਮੀਤ ਸਿੰਘ ਕੁਲਾਰ ਤੇ ਵਿਸ਼ਕਰਮਾ ਪਰਿਵਾਰ ਇੱਕ ਦੂਜੇ ਦੇ ਸਾਂਢੂ ਲੱਗਦੇ ਨੇ। ਜੇ ਇੰਨਾ ਹੀ ਪਿਆਰ ਸੀ ਤੇ ਐਸੋਸੀਏਸ਼ਨ ਦੀ ਅੱਜ ਤੋਂ 8 ਸਾਲ ਪਹਿਲਾਂ ਵਰਕਿੰਗ ਕਮੇਟੀ ਦੀ ਮੀਟਿੰਗ ਦੇ ਵਿੱਚ ਕਸੁੰਨ ਮੁੱਕੀ ਹੋਣਾ, ਕੁਰਸੀਆਂ ਚੁੱਕ ਕੇ ਮਾਰਨਾ, ਅੱਜ ਫਿਰ ਇਕੱਠੇ ਹੋਣਾ, ਇਹਦਾ ਮਤਲਬ ਇਹ ਇੱਕ ਸੰਗਠਨ ਨਹੀਂ, ਇੱਕ ਸੋਚ ਨਹੀਂ, ਇੱਕ ਪਰਿਵਾਰਾਂ ਦੇ ਬੰਦੇ ਮਿਲ ਕੇ
ਛੋਟੀ ਇੰਡਸਟਰੀ ਦੇ ਨੁਮਾਇੰਦੇ ਨੂੰ ਬਾਹਰ ਕੱਢਣਾ ਚਾਹੁੰਦੇ ਨੇ ਤਾਂ ਕਿ ਇਹਨਾਂ ਦੀਆਂ ਮਾੜੇ ਕੰਮਾਂ ਨੂੰ ਅਸੀਂ ਉਜਾਗਰ ਨਾ ਕਰ ਸਕੀਏ। ਮੈਂ ਤੁਹਾਨੂੰ ਇਹ ਓਪਨ ਬੇਨਤੀ ਕਰਦਾ ਵਾਂ ਕਿ ਤੁਸੀਂ ਮੁਹੱਲਿਆਂ ਜਾ ਕੇ ਜਿਨ੍ਹਾਂ ਬਾਰੇ ਕਿਹਾ ਜਾ ਰਿਹਾ ਕਿ ਸਬਕ ਸਿਖਾਉਣਾ ਹੈ, ਵੀਡੀਓ ਤੁਹਾਡੇ ਸਾਹਮਣੇ ਪਈ ਹੈ, ਦਸਤਾਰ ਉਡਾਲੀ ਗਈ ਹੈ, ਤੁਸੀਂ ਵੀਡੀਓ ਦੇਖੋ ਨਾ, ਮੇਰੇ ਕੋਲ ਕਿਉਂ ਕਹਾਉਂਦੇ ਹੋ? FIR ਮੈਂ ਨਹੀਂ ਕਰਾਈ। FIR ਜਿਹੜੇ ਬੰਦੇ ਮੌਕੇ ਤੇ ਸਾਹਮਣੇ ਆਏ ਪਲੱਸ ਜਿਹੜੇ ਗੁੰਡਿਆਂ ਨੂੰ ਨਹੀਂ ਸੀ ਪਛਾਣਦੇ ਉਹਨਾਂ ਦੇ ਨਾਮ ਲਿਖਾਏ ਨੇ, ਜਿਹੜੇ ਹੁਣ ਵੀਡੀਓ ਦੇ ਵਿੱਚ ਸਾਹਮਣੇ ਆ ਚੁੱਕੇ ਨੇ। ਮੈਂ ਤੇ ਸੋਚ ਕੇ ਅੰਦਰ ਗਿਆ ਸੀ ਕਿ ਮੈਂ ਤੇ ਮੀਟਿੰਗ ਅਟੈਂਡ ਕਰਨ ਜਾ ਰਿਹਾ, ਮੌਜੂਦਾ ਪ੍ਰਧਾਨ ਨੂੰ ਬੋਲਣ ਨਹੀਂ ਦਿੱਤਾ। ਮੇਰਾ ਕੋਈ ਕਸੂਰ ਨਹੀਂ, ਮੈਂ ਤੇ ਇੱਕ ਮਾਰ ਝੇਲਿਆ ਬੰਦਾ ਤੁਹਾਡੇ ਸਾਹਮਣੇ ਇਸ ਵੇਲੇ ਵੀ ਬੈਲਟ ਲਾ ਕੇ ਬੈਠਾ ਵਾਂ। ਇਹ ਕੂੜ ਪ੍ਰਚਾਰ ਤੋਂ ਮੈਂਬਰ ਸੁਚੇਤ ਰਹਿਣ। ਤੇ ਹੁਣ ਆਖਰੀ ਕੁਐਸਚਨ ਇਹ ਹੈ ਕਿ ਤੁਸੀਂ ਇੰਡਸਟਰੀ ਨੂੰ ਕੀ ਮੈਸੇਜ ਦੇਣਾ ਚਾਹੁੰਦੇ ਹੋ? ਜੇ ਤੁਸੀਂ ਪ੍ਰਧਾਨ ਬੰਦੇ ਹੋ ਤਾਂ ਕਿਹੋ ਜੀ ਕੀ ਇੰਡਸਟਰੀ ਦੀ ਕੋਈ ਗਰੋਥ ਹੋਏਗੀ, ਇੰਡਸਟਰੀ ਦੇ ਲਈ ਕੋਈ ਗੱਲਬਾਤ ਕੀਤੀ ਜਾਏਗੀ, ਜਾਂ ਇਸ ਵਾਰ ਵੀ ਰਾਜਨੀਤੀਕਰਨ ਹੀ ਹੋਏਗਾ, ਇੱਧਰ ਦੀ ਗੱਲਾਂ ਉੱਧਰ ਦੀਆਂ ਹੀ ਹੋਣਗੀਆਂ? ਦੇਖੋ, ਯੰਗ ਟੀਮ ਹੈ ਮੇਰੇ ਨਾਲ, ਜਿਹਦੇ 'ਚ ਕੋਈ ਪ੍ਰੋਫੈਸ਼ਨਲ ਉਹ ਬੰਦਾ ਨਹੀਂ ਕਿ 12 ਸਾਲ ਤੋਂ ਇੱਕ ਸੀਟ ਤੇ ਬੈਠਾ ਹੋਇਆ ਹੈ। ਯੰਗ ਟੀਮ, ਡੈਡੀਕੇਟਿਡ ਟੀਮ, ਟਰਾਂਸਪੇਰੈਂਟ ਵਰਕਿੰਗ, ਸਾਰੇ ਅਕਾਊਂਟ ਹਰ ਮਹੀਨੇ ਪੋਰਟਲ ਤੇ ਪਾ ਦਿਆ ਕਰਨੇ ਵੀ ਕੀ ਆਇਆ ਕੀ ਗਿਆ, ਜਾਂ ਮਹੀਨੇ ਦੀ ਸਾਡੀ ਪ੍ਰੋਗਰੈਸ ਕੀ ਹੋਈ ਹੈ। ਟੈਕਨੋਲੋਜੀ ਲਿਆ ਕੇ ਦੇਵਾਂਗੇ, ਐਕਸਪਰਟ ਹਰ ਡਿਪਾਰਟਮੈਂਟ ਦੇ ਉੱਪਰ ਅਪਾਇੰਟ ਕਰਾਂਗੇ। ਇਹ ਪਹਿਲੇ 3 ਮਹੀਨੇ ਦੇ ਵਾਅਦੇ ਨੇ ਜਿਹੜੇ ਮੈਂ ਮੈਨੀਫੈਸਟੋ ਹੀ ਦੇਣ ਜਾ ਰਿਹਾ ਵਾਂ। ਜੇ ਅਸੀਂ ਉਹਨਾਂ ਵਾਅਦਿਆਂ ਨੂੰ ਟਾਈਮ ਬਾਊਂਡ ਨਹੀਂ ਕਰਾਂਗੇ, ਮੈਂ ਪਹਿਲਾ ਬੰਦਾ ਹੋਵਾਂਗਾ ਸਟੈਪ ਡਾਊਨ ਕਰ ਜਾਵਾਂਗਾ। ਥੈਂਕ ਯੂ ਸਰ, ਥੈਂਕ ਯੂ। ਥੈਂਕ ਯੂ। ਸੋ ਦੋਸਤੋ, ਇਹ ਸੀਗੇ DS ਚਾਵਲਾ ਜੀ, ਜਿਨ੍ਹਾਂ ਨੇ ਸਾਨੂੰ ਬੜਾ ਕਲੀਅਰ ਦੱਸਿਆ ਸੀ। ਉਹਨਾਂ ਨਾਲ ਬਹੁਤ ਸਾਰੇ ਕੁਐਸਚਨ ਕੀਤੇ ਜੋ ਮੈਂਬਰਾਂ ਦੇ ਦਿਲਾਂ 'ਚ ਸੀ, ਜੋ ਆਪੋਜੀਸ਼ਨ ਦੇ ਆਰੋਪ ਸੀਗੇ, ਔਰ ਸਿੱਧੀ ਇੰਡਸਟਰੀ ਦੇ ਹੱਕ ਦੀ ਗੱਲ ਕਰਨ ਦੀ ਕੋਸ਼ਿਸ਼ ਕੀਤੀ ਗਈ ਹੈ। ਇੱਦਾਂ ਹੀ ਵੱਖ-ਵੱਖ ਜਿਹੜੇ ਪ੍ਰਤਿਆਸ਼ੀ ਆ ਉਹਨਾਂ ਨਾਲ ਵੀ ਰੂਬਰੂ ਹੋਵਾਂਗੇ ਤੇ ਉਹਨਾਂ ਦਾ ਏਜੰਡਾ ਵੀ ਪੁੱਛਾਂਗੇ, ਉਹਨਾਂ ਦਾ ਵਿਜ਼ਨ ਵੀ ਪੁੱਛਾਂਗੇ, ਤਾਂ ਕਿ ਟ੍ਰੇਡ ਤੇ ਇੰਡਸਟਰੀ ਦੇ ਹੱਕ ਦੀ ਗੱਲ ਹੋ ਸਕੇ। ਦੇਖਦੇ ਰਹੋ, बने रहो जन हितैषी। धन्यवाद। यदि आपको हमारी ये वीडियो पसंद आई तो हमारे चैनल को लाइक, शेयर और सब्सक्राइब करें। ऐसी और अपडेट्स देखने के लिए बेल आइकॉन ज़रूर दबाएं।